हम इनकी गवाही को देखते हैं कि कैसे परमेश्वर के जीवित वचन ने इनके जीवन में काम किया और इनकी 10 साल पुरानी शर्मिंदगी को खत्म करके इनको हेल्दी बेटे के साथ आशीषित किया। तो आइए देखते हैं इनकी वंडरफुल टेस्टमनी को। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰੀਟਾ ਵਾ। ਇਹ ਮੇਰੇ ਘਰ ਵਾਲੇ ਨੇ, ਇਹਨਾਂ ਦਾ ਨਾਮ ਇਮਾਨੂਅਲ ਆ। ਅਸੀਂ ਗੁਰਦਾਸਪੁਰ ਦੇ ਰਹਿਣ ਵਾਲੇ ਆ। ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ। ਹੁਣ ਮੇਰੀ ਉਮਰ 28 ਸਾਲ ਹੈ। ਜਦੋਂ ਮੈਂ 13 ਕੁ ਸਾਲ ਦੀ ਸੀ ਉਦੋਂ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਆਉਣੇ ਸ਼ੁਰੂ ਹੋ ਗਏ। ਜਦੋਂ ਮੈਂ ਰਾਤ ਨੂੰ ਸੌਂਦੀ ਸੀ ਮਤਲਬ ਕਿ ਦੁਸ਼ਟ ਆਤਮਾ ਮੇਰੇ ਨਾਲ ਗਲਤ ਰਿਲੇਸ਼ਨ ਬਣਾਉਂਦੇ ਸੀ। ਮਤਲਬ ਕਿ ਜਦੋਂ ਸੌਂਦੀ ਰਹੀ ਹਾਂ ਉਦੋਂ ਮੈਨੂੰ ਸੁਪਨਿਆਂ 'ਚ ਦੁਬਾਰਾ ਸੱਪ ਦਿਖਾਈ ਦਿੰਦੇ ਰਹੇ ਆ, ਮੁਰਦਾ ਲੋਕ ਦਿਖਾਈ ਦਿੰਦੇ ਰਹੇ ਆ। ਜਦੋਂ ਮੈਂ ਸਵੇਰ ਨੂੰ ਉੱਠਦੀ ਸੀ ਮੇਰਾ ਸਾਰਾ ਸਰੀਰ ਟੁੱਟਿਆ ਭੱਜਿਆ ਰਹਿੰਦਾ ਸੀ, ਜਿੱਦਾਂ ਕਿ ਮੈਨੂੰ ਕਿਸੇ ਨੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਹੁੰਦਾ ਵਾ। ਇਸੇ ਤਰ੍ਹਾਂ ਸਾਲ ਬੀਤਦੇ ਗਏ। ਜਿਵੇਂ ਮੇਰੀ ਥੋੜ੍ਹੀ ਜਿਹੀ ਉਮਰ ਜ਼ਿਆਦਾ ਹੋਈ ਤੇ ਮੇਰੇ ਘਰਦਿਆਂ ਨੇ ਮੇਰੀ ਮੈਰਿਜ ਕਰਤੀ। ਜਦੋਂ ਮੇਰੀ ਮੈਰਿਜ ਹੋ ਗਈ ਦੁਸ਼ਟ ਆਤਮਾ ਦੇ ਅਟੈਕ ਘਟਣ ਦੇ ਬਜਾਏ ਹੋਰ ਜ਼ਿਆਦਾ ਵੱਧ ਗਏ। ਜਦੋਂ 2014 ਦੇ ਵਿੱਚ ਫਸਟ ਟਾਈਮ ਮੈਂ ਪ੍ਰੈਗਨੈਂਟ ਹੋਈ ਤੇ ਮੇਰੇ ਹਸਬੈਂਡ, ਮੇਰੇ ਘਰ ਦੇ ਫੈਮਿਲੀ ਬਹੁਤ ਜ਼ਿਆਦਾ ਖੁਸ਼ ਸੀ। ਜਦੋਂ ਮੇਰੇ ਪ੍ਰੈਗਨੈਂਸੀ ਦਾ 8ਵਾਂ ਮਹੀਨਾ ਲੱਗਾ ਤੇ ਮੈਨੂੰ ਦੁਸ਼ਟ ਆਤਮਾ ਨੇ ਸੁਪਨੇ 'ਚ ਦੁਬਾਰਾ ਅਟੈਕ ਕੀਤਾ ਮੇਰੇ ਤੇ ਜਿੱਦਾਂ ਮਤਲਬ ਕਿ ਬੱਚਾ ਪਾਣੀ ਦੇ ਵਿੱਚ, ਗੰਦੇ ਪਾਣੀ ਦੇ ਵਿੱਚ ਰੁੜਦਾ ਜਾਂਦਾ ਪਿਆ ਵਾ। ਤੇ ਇਸੇ ਤਰ੍ਹਾਂ ਮਤਲਬ ਕਿ ਅਗਲੇ ਦਿਨ ਮੈਨੂੰ ਸਵੇਰੇ ਬਲੀਡਿੰਗ ਹੋਣੀ ਸ਼ੁਰੂ ਹੋ ਗਈ। ਜਦੋਂ ਮੈਂ ਆਪਣੇ ਹਸਬੈਂਡ ਨੂੰ ਦੱਸਿਆ ਕਿ ਮੈਨੂੰ ਬਲੀਡਿੰਗ ਹੋ ਗਈ ਹੈ ਤੇ ਮੇਰੇ ਹਸਬੈਂਡ ਨੇ ਮੈਨੂੰ ਹੌਸਪੀਟਲ ਲੈ ਕੇ ਗਏ ਤੇ ਹੌਸਪੀਟਲ ਜਾ ਕੇ ਡਾਕਟਰਾਂ ਨੇ ਸਕੈਨ ਵਗੈਰਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਬੱਚਾ ਜਿਹੜਾ ਪੇਟ 'ਚ ਡੈੱਡ ਹੋ ਚੁੱਕਿਆ ਹੈ। ਤੇ ਅਸੀਂ ਇਸ ਗੱਲ ਨੂੰ ਸੁਣ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਬਹੁਤ ਦੁਖੀ ਰਹਿਣ ਲੱਗ ਪਏ। ਫਿਰ 1 ਸਾਲ ਬਾਅਦ ਮੈਂ 2016 ਦੇ ਵਿੱਚ ਦੂਸਰੀ ਵਾਰ ਪ੍ਰੈਗਨੈਂਟ ਹੋਈ ਤੇ ਇਸੇ ਤਰ੍ਹਾਂ ਜਦੋਂ ਮਹੀਨੇ ਲੰਘਦੇ ਗਏ ਤਾਂ ਫਿਰ ਸੇਮ 8ਵੇਂ ਮਹੀਨੇ ਫਿਰ ਦੁਸ਼ਟ ਆਤਮਾ ਨੇ ਮੇਰੇ 'ਤੇ ਅਟੈਕ ਕੀਤਾ। ਉਸ ਦੁਸ਼ਟ ਆਤਮਾ ਦੇ ਅਟੈਕ ਤੋਂ ਬਾਅਦ ਫਿਰ ਮੈਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਗਈ। ਮੈਂ ਫਿਰ ਆਪਣੇ ਹਸਬੈਂਡ ਨਾਲ ਗੱਲ ਕੀਤੀ ਤੇ ਮੇਰੇ ਹਸਬੈਂਡ ਨੇ ਫਿਰ ਮੈਨੂੰ ਹੌਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਫਿਰ ਸਕੈਨ ਵਗੈਰਾ ਡਾਕਟਰਾਂ ਨੇ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਕਿ ਤੁਹਾਡਾ ਬੱਚਾ ਫਿਰ ਇਸ ਵਾਰ ਵੀ ਡੈੱਡ ਹੋ ਚੁੱਕਾ ਹੈ। ਜਦੋਂ ਮੇਰਾ ਦੂਸਰੀ ਵਾਰ ਵੀ ਬੱਚਾ ਡੈੱਡ ਹੋ ਗਿਆ ਤਾਂ ਅਸੀਂ ਬਹੁਤ ਜ਼ਿਆਦਾ ਦੁਖੀ, ਬਹੁਤ ਪਰੇਸ਼ਾਨ ਰਹਿਣ ਲੱਗ ਪਏ ਤੇ ਮਤਲਬ ਕਿ ਸਹੁਰੇ ਪਰਿਵਾਰ ਵੀ ਬਹੁਤ ਸਾਰੇ ਦੁਖੀ ਸੀ। ਮੈਂ ਵੀ ਖੁਦ ਪਰੇਸ਼ਾਨ ਸੀ, ਮੈਂ ਵੀ ਬਹੁਤ ਦੁਖੀ ਰਹਿੰਦੀ ਸੀ ਕਿ ਮੇਰੇ ਨਾਲ ਬਾਰ-ਬਾਰ ਇਹ ਚੀਜ਼ ਕਿਉਂ ਹੋਣ ਡਈ ਆ। ਫਿਰ ਇਸੇ ਤਰ੍ਹਾਂ ਹੋਇਆ 2016 ਦੇ ਵਿੱਚ ਮੇਰੇ ਹਸਬੈਂਡ ਡਿਊਟੀ ਜਾ ਰਹੇ ਸੀ ਤੇ ਉਹਨਾਂ ਦੇ ਮਤਲਬ ਆਉਂਦਿਆਂ ਵਕਤ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਐਕਸੀਡੈਂਟ ਹੋਣ ਦੇ ਨਾਲ ਡੈਥ ਹੋ ਗਈ। ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਤੇ ਮੈਂ ਬਹੁਤ ਪਰੇਸ਼ਾਨ ਸੀ, ਬਹੁਤ ਦੁਖੀ ਸੀ ਕਿ ਹੁਣ ਮੇਰੀ ਜ਼ਿੰਦਗੀ ਦਾ ਕੀ ਬਣੇਗਾ, ਮੇਰੀ ਲਾਈਫ ਦਾ ਕੀ ਬਣੇਗਾ। ਮੈਂ ਬਹੁਤ ਦੁਖੀ ਹੋਈ ਸੀ ਤੇ ਇਸੇ ਤਰ੍ਹਾਂ ਕਰਦਾ ਕੁਝ ਸਮਾਂ ਬੀਤ ਗਿਆ ਤਾਂ ਮੇਰੇ ਮੰਮੀ ਹੁਣੀ ਮੈਨੂੰ ਆਪਣੇ ਕੋਲ ਲੈ ਕੇ ਆਏ। ਜਦੋਂ ਮੈਂ ਆਪਣੇ ਪੇਕੇ, ਮੇਰੇ ਮੰਮੀ ਹੁਣੀ ਮੈਨੂੰ ਆਪਣੇ ਕੋਲ ਲੈ ਗਏ ਤੇ ਮੈਂ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਆਪਣੇ ਪਰੇਸ਼ਾਨ ਰਹਿੰਦੀ ਸੀ, ਇਕੱਲੀ ਬੈਠੀ ਰਹਿੰਦੀ ਸੀ, ਚੁੱਪ ਕਰਕੇ ਬਹਿ ਜਾਣਾ, ਖਾਣਾ ਨਹੀਂ ਖਾਣਾ, ਬਸ ਰੋਂਦੀ ਰਹਿਣਾ ਕਿ ਮਤਲਬ ਕਿ ਮੈਂ ਆਪਣੀ ਜ਼ਿੰਦਗੀ 'ਚ ਹੁਣ ਗਾੜੀ ਕੀ ਕਰਾਂਗੀ। ਮੈਨੂੰ ਹਰ ਟਾਈਮ ਉਹ ਚੀਜ਼ ਗੱਲਾਂ ਪੇਕ ਸਹੁਰੇ ਪਰਿਵਾਰ ਦੀਆਂ ਚੇਤੇ ਆਉਂਦੀਆਂ ਸੀ, ਫੀਲ ਹੁੰਦਾ ਸੀ ਆਪਣੇ ਆਪ ਨੂੰ। ਮੈਂ ਬਹੁਤ ਸੋਚਦੀ ਰਹੀ ਸੀ ਕਿ ਮੈਂ ਹੁਣ ਕੀ ਕਰਾਂ। ਮੈਂ ਦੁਖੀ ਹੋ ਗਈ ਸੀ, ਬਹੁਤ ਪਰੇਸ਼ਾਨ ਸੀ। ਮੇਰੇ ਮੰਮੀ ਹੁਣ ਮੇਰੇ ਕੋਲ ਪੈਂਦੇ ਸੀ, ਕਹਿੰਦੇ ਸੀ ਵੀ ਅੱਜ ਤੇਰੇ ਅਸੀਂ ਹੈਗੇ ਆ, ਤੇਰੇ ਮਾਂ ਤੇਰਾ ਪਿਓ ਤੇਰੇ ਨਾਲ ਵਾ ਤੇ ਕੱਲ ਨੂੰ ਤੇਰੇ ਭਰਾ ਭਰਜਾਈਆਂ ਤੈਨੂੰ ਕਿੱਦਾਂ ਸਾਂਭਣਗੀਆਂ ਕਿ ਤੂੰ ਇਸ ਕਰਕੇ ਤੂੰ ਦੂਸਰੀ ਮੈਰਿਜ ਕਰਵਾ ਲਾ। ਫਿਰ ਇਸੇ ਤਰ੍ਹਾਂ 2017 ਦੇ ਵਿੱਚ ਮੇਰੇ ਘਰਦਿਆਂ ਨੇ ਮੇਰੀ ਦੂਸਰੀ ਮੈਰਿਜ ਕਰਤੀ। ਜਦੋਂ 2017 ਦੇ ਵਿੱਚ ਮੇਰਾ ਦੂਸਰਾ ਵਿਆਹ ਹੋਇਆ ਤੇ ਮੈਂ ਆਪਣੇ ਆਪ ਨੂੰ ਸੋਚਣ ਲੱਗੀ ਕਿ ਮੇਰਾ ਸ਼ਾਇਦ ਪਹਿਲਾਂ ਮਤਲਬ ਕਿ ਇਸ ਤਰ੍ਹਾਂ ਬੱਚਾ ਹੋ ਗਿਆ, ਪਤੀ ਹੋ ਗਿਆ, ਹੋ ਸਕੇ ਕਿ ਮੇਰਾ ਇਸ ਵਾਰ ਜਿਹੜਾ ਦੂਸਰਾ ਵਿਆਹ ਹੋਇਆ ਵਾ ਮੈਂ ਆਪਣੀ ਲਾਈਫ 'ਚ ਖੁਸ਼ ਰਵਾਂਗੀ, ਮੇਰਾ ਬੱਚੇ ਹੋਣਗੇ, ਮਤਲਬ ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਵਧੀਆ ਫੈਮਿਲੀ ਨਾਲ ਰਵਾਂਗੀ, ਵਧੀਆ ਸਭ ਕੁਝ ਜਾਏਗਾ। ਤੇ ਇਸੇ ਤਰ੍ਹਾਂ ਕਰਦਿਆਂ ਮਤਲਬ ਕਿ 2017 ਦੇ ਵਿੱਚ ਮੈਂ ਫਿਰ ਪ੍ਰੈਗਨੈਂਟ ਹੋਈ। ਜਦੋਂ ਮੈਂ 2017 ਵਿੱਚ ਪ੍ਰੈਗਨੈਂਟ ਹੋਈ ਤੇ ਇਸੇ ਤਰ੍ਹਾਂ ਪ੍ਰੈਗਨੈਂਸੀ ਦਾ ਮਹੀਨੇ ਬੀਤਦੇ ਗਏ। ਜਦੋਂ 8 ਮੰਥ ਫਿਰ ਸੇ ਹੋਇਆ ਸੇਮ ਅਟੈਕ ਦੁਸ਼ਟ ਆਤਮਾ ਦੇ ਫਿਰ ਮੇਰੇ 'ਤੇ ਹੋਣ ਲੱਗ ਪਏ। ਜਦ ਦੁਸ਼ਟ ਆਤਮਾ ਦੇ ਅਟੈਕ ਮੇਰੇ 'ਤੇ ਹੋਇਆ ਸੇਮ ਮੈਨੂੰ ਗੰਦੇ ਸੁਪਨਾ, ਗੰਦਾ ਪਾਣੀ ਦਿਖਾਈ ਦਿੱਤਾ। जो गंदा पानी मैंने दिखाई दिता तो सवेरे उठ के वेख्या तो मैनू पानी पैना, गंदा पानी पैना शुरू हो गया सी। तो वो चीज़ गल अपने मैं घरदियां नूं दसी, मम्मी नूं दसी, अपने हसबैंड नूं दसी तो इन्हां ने मैनू फिर हॉस्पिटल खड़िया, टैसट वगैरह कराए, स्कैन करवाई। उन्होंने भी कहा कि तुहाडा बच्चा पेट च डैड हो चुकिया वा। ਜਦੋਂ ਸਾਨੂੰ ਪਤਾ ਲੱਗਾ ਸਾਡੇ ਘਰ ਡੈਡ मतलब कि बेबी मतलब कि पैदा होया
ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਵਾਈਫ ਮੇਰੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ। ਜਦੋਂ ਬੱਚਾ ਨਹੀਂ ਸੀ ਸਾਨੂੰ ਇੱਦਾਂ ਲੱਗਦਾ ਵੀ ਸਾਡਾ ਗਾਰੀ ਵੰਸ਼ ਕਿੱਦਾਂ ਚੱਲ ਸਕਦਾ ਵਾ, ਗਾਂ ਅੱਗੇ ਚੱਲਣਾ ਵੀ ਹੈ ਜਾਂ ਨਹੀਂ ਹੈ। ਜਿੱਦਾਂ ਅਸੀਂ ਬਹੁਤ ਪਰੇਸ਼ਾਨੀ 'ਚ ਰਹਿਣ ਲੱਗ ਪਏ। ਫਿਰ ਉਸ ਤੋਂ ਬਾਅਦ 2019 ਦੇ ਵਿੱਚ ਮੈਂ ਦੁਬਾਰਾ ਪ੍ਰੈਗਨੈਂਟ ਹੋਈ। ਜਦੋਂ ਮੈਨੂੰ ਪ੍ਰੈਗਨੈਂਸੀ ਦਾ 7ਵਾਂ ਮਹੀਨਾ ਲੱਗਾ ਤਾਂ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਸ਼ੁਰੂ ਹੋਣੇ ਹੋ ਗਏ। ਰਾਤ ਨੂੰ ਸੁਪਨੇ 'ਚ ਦੁਬਾਰਾ ਇੱਕ ਲੇਡੀਜ਼ ਮੈਨੂੰ ਦਿਖਾਈ ਦਿੱਤੀ ਕਿ ਮੇਰੇ ਕੋਲ ਇੱਕ ਬੱਚਾ ਲੇਡੀਜ਼ ਆ, ਮੇਰੇ ਕੋਲ ਬੱਚਾ ਖੋਂਦੀ ਪਈ ਆ, ਖੋ ਕੇ ਉਹ ਲੈ ਗਈ ਆ, ਕਹਿੰਦੀ ਵੀ ਇਹ ਬੱਚਾ ਮੇਰਾ ਵਾ। ਉਸ ਅਟੈਕ ਤੋਂ ਬਾਅਦ ਤੋਂ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਕਿ ਮੇਰੇ ਪੇਟ 'ਚ ਪੇਨ ਹੋ ਰਹੀ ਹੈ। तो उन्होंने मैनू हॉस्पिटल लैके गए तो उन्होंने हॉस्पिटल करके मैनू स्कैन करवाई। स्कैन करके डॉक्टर ने दसिया कि तुहाडे बच्चे की ग्रोथ नहीं बनी, कंप्लीट ग्रोथ नहीं हो रही, कि तुहाडे बच्चे की धड़कन बंद हो चुकी आ, तो इस करके तुहाडा बच्चा डैड हो चुका वा। मैं बहुत परेशान सी, बहुत कंफ्यूज रहिंदी सी। मेरे बहुत ज़्यादा दिमाग की कंडीशन बिगड़ गई सी कि मेरे घर दे विच इस चीज़ नूं लैके बहुत कलेश रहन लगा, बहुत लड़ाई झगड़ा रहन लगा कि पता नहीं हुण मेरे घर बच्चे होने आ कि नहीं होने। इसी तरह लैके होर भी लोग मेरे तो अपने बच्चे जिहड़े हुंदे सी लुका लैंदे सी। जदों फिर मैं कल्ली घर रहिंदी सी ते मैं बहुत ज़्यादा परेशान रहिंदी सी। तो मैं सोचती रहिंदी सी कि पता नहीं हुण मेरे बगैर बच्चा होना भी आ कि नहीं होना। मेरी खुख पता नहीं किद्दां दी आ, प्रैगनेंसी हुंदी आ, कंप्लीट नहीं हुंदी। 8वें महीने मेरा बच्चा मेरे पेट 'च डैड हो जांदा वा। मैं बहुत दुखी रहिंदी सी इस गल नूं लैके कि पता नहीं हुण मेरी जिंदगी दा की बनना वा। बार बार प्रैगनेंट होना, बार बार बच्चा पेट 'च डैड होना, कि मेरी पेट जिहड़ा एक कब्रस्तान बन चुकिया वा। मैं इस चीज़ नूं लैके बहुत कंफ्यूज रहिंदी सी, बहुत दुखी रहिंदी सी। ਜਦੋਂ ਮੇਰੇ ਕੋਈ ਬੇਬੀ ਨਹੀਂ ਸੀ ਹੈਗਾ ਤੇ ਮੈਂ ਹਮੇਸ਼ਾ ਹੀ ਮਰਨ ਦਾ ਖਿਆਲ ਸੋਚਦੀ ਸੀ। ਜਦੋਂ ਸਾਡੀ ਲਾਈਫ 'ਚ ਬੱਚਾ ਨਹੀਂ ਸੀ ਹੈਗਾ ਤੇ ਲੋਕ ਸਾਨੂੰ ਕਹਿੰਦੇ ਰਹੇ ਸੀ ਇਸ ਜਗ੍ਹਾ ਤੇ ਜਾਓ, ਉਹ ਜਗ੍ਹਾ ਤੇ ਜਾਓ, ਤੁਹਾਨੂੰ ਬੱਚਾ ਹੋ ਜਾਏਗਾ, ਤੁਸੀਂ ਇਦਾਂ ਕਰਕੇ ਵੇਖ ਲਓ, ਉਦਾਂ ਕਰਕੇ ਵੇਖ ਲਓ, ਇੱਥੋਂ ਮੈਡੀਸਿਨ ਖਾ ਲਓ। ਤੇ ਅੰਨੀਆਂ ਨਿਗਾਹਾਂ 'ਚ ਸਾਨੂੰ ਖੜਦੇ ਰਹੇ ਆ। ਅਸੀਂ ਉਹ ਚੀਜ਼ ਨੂੰ ਜਾ ਕੇ ਵੇਖਿਆ, ਅਸੀਂ ਕਰਕੇ ਵੇਖਿਆ, ਸਾਨੂੰ ਕੁਝ ਫਾਇਦਾ ਨਹੀਂ ਹੋਇਆ। ਫਿਰ ਜਦੋਂ ਮੇਰੇ ਹਸਬੈਂਡ ਦੀ ਪੂਰੀ ਤਰ੍ਹਾਂ ਆਸ ਟੁੱਟ ਗਈ ਸੀ ਤੇ ਮੇਰੇ ਮਦਰ ਇਨ ਲॉ ਨੇ ਸਾਨੂੰ ਖਾਂਬੜੇ ਚਰਚ ਬਾਰੇ ਦੱਸਿਆ, ਕਿਉਂਕਿ ਜਿਹੜੇ ਮੇਰੇ ਮਦਰ ਇਨ ਲॉ ਸੀ ਉਹ ਖਾਂਬੜਾ ਚਰਚ ਦੇ ਨਾਲ ਕਾਫੀ ਚਿਰ ਤੋਂ ਜੁੜੇ ਸੀ। ਉਹ ਚਰਚ ਆਉਂਦੇ ਰਹੇ ਆ, ਗਵਾਹੀਆਂ ਸੁਣਦੇ ਰਹੇ ਆ। ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਅਸੀਂ ਇੱਕ ਵਾਰ ਚਰਚ ਤੁਸੀਂ ਜਾਓ ਤਾਂ ਤੁਹਾਡੇ ਘਰ ਬੱਚੇ ਦੀ ਬਲੈਸਿੰਗ ਜ਼ਰੂਰ ਹੋਵੇਗੀ। ਜਦੋਂ ਮੇਰਾ ਹਸਬੈਂਡ ਪਹਿਲੀ ਵਾਰੀ ਖਾਂਬੜਾ ਚਰਚ ਆਏ ਤਾਂ ਸਾਨੂੰ ਚਰਚ ਆਣ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਜਦੋਂ ਪਰਮੇਸ਼ਰ ਦੇ ਦਾਸ ਵਚਨਾਂ ਨੂੰ ਸੁਣਾਉਂਦੇ ਸੀ ਤੇ ਵਚਨਾਂ ਨੂੰ ਸੁਣ ਕੇ ਸਾਨੂੰ ਬਹੁਤ ਵਧੀਆ ਲੱਗਾ ਕਿ ਪਰਮੇਸ਼ਰ ਬੱਚਿਆਂ ਦੀ ਦਾਤ ਲੋਕਾਂ ਨੂੰ ਦੇ ਸਕਦਾ ਵਾ। ਲੋਕੀ ਜਿੰਦਾ ਗਵਾਹੀਆਂ ਦੇ ਨਾਲ ਆਉਂਦੇ ਆ, ਬੱਚਿਆਂ ਨੂੰ ਲੈ ਕੇ ਆਉਂਦੇ ਆ। ਕੋਈ 10 ਸਾਲ ਬਾਅਦ ਆਪਣੇ ਬੱਚੇ ਨੂੰ ਲੈ ਕੇ ਆਉਂਦੀ ਆ, ਕੋਈ 20 ਸਾਲ ਬਾਅਦ ਕਿਸੇ ਦਾ ਬੱਚਾ ਹੁੰਦਾ ਵਾ। ਤੇ ਮੇਰੇ ਇਸ ਚੀਜ਼ ਨੂੰ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਾ ਕਿ ਮੇਰੇ ਜੇ ਪਰਮੇਸ਼ਰ 20 ਸਾਲ ਬਾਅਦ ਕਿਸੇ ਨੂੰ ਬੱਚੇ ਦੀ ਦਾਤ ਦੇ ਸਕਦਾ ਵਾ, ਉਹ ਕੀ ਮੈਨੂੰ ਬੱਚੇ ਦੀ ਦਾਤ ਨਾ ਦੇਵੇਗਾ। ਮੇਰਾ ਵਿਸ਼ਵਾਸ ਵਧਿਆ, ਮੈਨੂੰ ਚੰਗਾ ਲੱਗਾ, ਵਧੀਆ ਲੱਗਾ। ਇਸੇ ਤਰ੍ਹਾਂ ਮੈਂ ਚਰਚ ਦੇ ਨਾਲ ਜੁੜ ਗਈ। ਲਗਾਤਾਰ ਮੈਂ ਚਰਚ ਆਉਂਦੀ ਰਹੀ। 9 ਸਤੰਬਰ 2021 ਨੂੰ ਮੈਂ ਜਦੋਂ ਖਾਂਬੜਾ ਚਰਚ ਦੀ ਗੁਰਦਾਸਪੁਰ ਬ੍ਰਾਂਚ ਵਿੱਚ ਮੀਟਿੰਗ ਅਟੈਂਡ ਕਰ ਰਹੀ ਸੀ, ਉਸ ਦਿਨ ਪਰਮੇਸ਼ਰ ਦੇ ਦਾਸ ਨੇ ਇੰਨੀ ਗੱਲ ਕਹੀ ਕਿ ਜਿਨ੍ਹਾਂ ਭੈਣਾਂ ਕੋਲ ਬੇਬੀ ਨਹੀਂ ਹੈਗੇ ਉਹ ਅੱਗੇ ਆ ਜਾਣ, ਉਹਨਾਂ ਵਾਸਤੇ ऑयल ਨਾਲ प्रेयर होएगी। इस मीटिंग में जिनके बेबीज नहीं, अब आगे आएंगे सब बहनें। अगर आपकी पत्नी यहाँ मौजूद नहीं तो सिर्फ भाई आ सकता है। आपको आगे आना होगा, आप पे ले हैंड होगा। ऑयल प्रेयर्स वाले दिन नॉर्मल नहीं होते, ये आपके छूटने के दिन होते। रिसीव करो उस डिलीवरेंस को यीशु मसीह के नाम में आमीन बोलते हो। उस दिन मैं गुरदासपुर ब्रांच विच मौजूद सी। फिर मैं अगे गई, प्रेयर वाला ऑयल टीम ने मेरे ते लगाया ਤੇ ਅਸੀਂ ਮੈਂ ਵਿਸ਼ਵਾਸ ਵਧਿਆ ਕਿ ਮੈਂ ਬਲੈਸ ਹੋ ਚੁੱਕੀ ਹਾਂ, ਮੈਂ ਚੰਗੀ ਹੋ ਚੁੱਕੀ ਹਾਂ। ਉਸ ਦਿਨ ਤੋਂ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਚੁੱਕੀ ਸੀ। ਜਦੋਂ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਚੁੱਕੀ ਸੀ ਤਾਂ ਠੀਕ 1 ਮੰਥ ਬਾਅਦ ਜਦੋਂ ਪ੍ਰੈਗਨੈਂਸੀ ਟੈਸਟ ਕੀਤਾ ਤਾਂ ਮੇਰਾ ਟੈਸਟ ਪੋਜ਼ਿਟਿਵ ਆਇਆ। ਤੇ ਮੈਂ ਬਹੁਤ ਜ਼ਿਆਦਾ ਅਸੀਂ ਖੁਸ਼ ਸੀ, ਮੇਰੀ ਫੈਮਿਲੀ, ਮੇਰਾ ਹਸਬੈਂਡ, ਅਸੀਂ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਖੁਸ਼
ਸੀ ਕਿ ਪਰਮੇਸ਼ਰ ਨੇ ਸਾਨੂੰ ਬਲੈਸ ਕੀਤਾ ਹੈ। ਫਿਰ ਪਰਮੇਸ਼ਰ ਨੇ ਪੂਰੇ 9 ਮਹੀਨੇ ਮੈਨੂੰ ਸੰਭਾਲ ਕੇ ਰੱਖਿਆ। 7 ਜੂਨ 2022 ਨੂੰ ਪਰਮੇਸ਼ਰ ਨੇ ਮੇਰੇ 10 ਸਾਲ ਦੀ ਸ਼ਰਮਿੰਦਗੀ ਨੂੰ ਖਤਮ ਕਰਕੇ ਮੈਨੂੰ ਬੇਟੇ ਨਾਲ ਬਲੈਸ ਕੀਤਾ। ਜਦੋਂ 10 ਸਾਲ ਬਾਅਦ ਮੇਰੇ ਹੱਥਾਂ ਦੇ ਵਿੱਚ ਬੇਬੀ ਆਇਆ ਤਾਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਚੁੱਕੇ ਸੀ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਮੇਰੇ ਪਰਮੇਸ਼ਰ ਨੇ ਮੇਰੀ 10 ਸਾਲ ਦੀ ਸ਼ਰਮਿੰਦਗੀ ਨੂੰ ਆਜ਼ਾਦ ਕਰਕੇ ਮੈਨੂੰ ਬੱਚੇ ਨਾਲ ਬੇਬੀ ਨਾਲ ਬਲੈਸ ਕੀਤਾ ਹੈ। ਉਹ ਬੱਚਾ ਮੇਰਾ ਬਹੁਤ ਖੂਬਸੂਰਤ ਹੈ, ਬਹੁਤ ਸੋਹਣਾ ਵਾ। ਜਿਨ੍ਹਾਂ ਭੈਣਾਂ ਦੇ ਕੋਲ ਕੋਈ ਬੇਬੀ ਨਹੀਂ ਹੈ, ਮੈਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਤੇ ਵਿਸ਼ਵਾਸ ਰੱਖੋ, ਵਚਨ ਤੇ ਵਿਸ਼ਵਾਸ ਰੱਖੋ। ਜਿੱਦਾਂ ਪਰਮੇਸ਼ਰ ਨੇ ਮੈਨੂੰ 10 ਸਾਲ ਬਾਅਦ ਮੇਰੀ ਸ਼ਰਮਿੰਦਗੀ ਨੂੰ ਮੈਨੂੰ ਆਜ਼ਾਦ ਕੀਤਾ, ਮੈਨੂੰ ਸ਼ਰਮਿੰਦਗੀ ਤੋਂ ਆਜ਼ਾਦ ਕਰਕੇ ਬੇਟੇ ਨਾਲ ਬਲੈਸ ਕੀਤਾ, ਇਸੇ ਤਰ੍ਹਾਂ ਮੈਂ ਭੈਣ ਨੂੰ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਵੀ ਵਚਨ ਦੇ ਵਿੱਚ ਅੜੇ ਤੇ ਖੜੇ ਰਹੋ। ਜਿਸ ਤਰ੍ਹਾਂ ਪਰਮੇਸ਼ਰ ਨੇ ਮੇਰੀ ਲਾਈਫ ਦੇ ਵਿੱਚ ਬੱਚੇ ਦੀ ਬਲੈਸਿੰਗ ਦਿੱਤੀ ਹੈ, ਉਹ ਤੁਹਾਨੂੰ ਵੀ ਜ਼ਰੂਰ ਦੇਵੇਗਾ। ਇਸ ਵੱਡੀ ਬਰਕਤ ਦੇ ਲਈ ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ ਤੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जैसे कि भजन संहिता 103 अध्याय में लिखा है, वही तो तेरे प्राण को नाश होने से बचा लेता है और तेरे सिर पर करुणा और दया का मुकुट बांधता है। ये वचन इस भाई के जीवन में पूरा हुआ। सबको जय मसीह की। मेरा नाम राजकुमार है, मैं लुधियाने का रहने वाला हूँ। मेरे जीवन की सबसे बड़ी टेस्टमनी है। मैं अपनी गवाही याद देने जा रहा हूँ। 2007 की बात है, जब मैं कंपनी में जॉब करने गया था, उसके 2 हफ्ते बाद ही जो लड़के काम करते थे वो नशा करते थे, उन्होंने मुझे भी नशे की आदत पाना चाहा। पहले दिन से मेरे को उन्होंने जर्दा खाना सिखा दिया। जब मैंने पहली बार जर्दे का नशा किया तो मुझे खैर अच्छा तो एक्चुअली नहीं लगा था, पर फिर भी जब मैंने दोबारा 2-3 बार जब मैंने कोशिश की जर्दे खाने की तो मुझको ना थोड़ा सा महसूस होने लग गया कि चलो अच्छा कोई बात नहीं, यार दोस्तों के संगत में मैं खाता रहा, मेरे को थोड़ा अच्छा सा लगने लग गया कि चलो कोई बात नहीं, हम मेहनत करते हैं, जर्दा लगाने लग गए। फिर उसके बाद मैंने एक्चुअली धीरे धीरे ना बीड़ी पीने लग गए। मेरे से ना जब भी मैं अगर रोटी मैंने खाई तो भी मैंने बीड़ी पीनी है, यदि मैंने चाय पिया तो भी बीड़ी पीनी है, सुबह मॉर्निंग में तो भी बीड़ी मैंने पीनी है, शाम के टाइम में तो बीड़ी। जिस कंपनी में मैं काम करता था वहाँ पर रविवार की छुट्टी हो जाती थी। जब रविवार की छुट्टी हो जाती थी तो हम लोग शाम के टाइम में 3-4 बजे हम लोग चले जाते डीजे का काम कर रहे। जब वहाँ पे शाम की पार्टी चलती थी तो वहाँ पे ड्रिंक चलती थी, हर एक चीज चलती थी। कुछ जो भी हमारे यार दोस्त जाते थे वो सब ड्रिंक करते थे। एल टोटल कोई भी लौंडा बाकी नहीं था कि ड्रिंक ना करता हो। जब मेरे पिताजी को पता चल गया, मतलब कि जब ड्रिंक करने लग गया मेरा बेटा, फिर हमारे पिताजी ने सोचा कि मैं अपने बेटे की चलो अच्छा शादी कर दूंगा, ये अपने बंधनों में बन जाएगा। जब इसका शादी हो जाएगा तो जब ब्याह हो जाएगा तो इसके ऊपर जिम्मेवारी पड़ेगी, जब जिम्मेवारी पड़ेगी तो बच्चा अपने आप संभल जाएगा। और जब हमारी शादी होगी, शादी के बाद भी ऐसे ही चलता रहा हमारा कि मतलब हमने ड्रिंक करनी तो करनी, हमने बीड़ी जर्दा खाना तो पीना, जो नशे थे वो हमारे गए नहीं है बल्कि और नशे बढ़ गए थे। जब शादी के 1.5 साल बीते तो मैं अपनी वाइफ को मिलवाने अपनी फैमिली से मैं लेकर गया था, तो वहाँ पर किसी ने मेरे ऊपर ना जादू टोना कर दिया था। जैसे मेरे ऊपर किसी ने जादू टोना करा दिया था, और तुरंत ही ना मैं जब यहाँ पे लौट कर आया था अपनी यूपी से, जब मैं यहाँ पंजाब में लौट कर आया था, फिर मेरे पे ना जादू के मतलब अटैक होने लग गए। जब मैं रात को सोता था ना मेरे बहुत ज्यादा दबाव पड़ते थे, बहुत ज्यादा ही दबाव पड़ते थे। एक्चुअली ऐसा लगता था ना कि जैसे मतलब कोई बैठा हुआ को उठने नहीं दे रहा है। जब दुष्ट आत्माओं के जब ज्यादा जकड़े पड़ते थे ना, ज्यादा बंधन में पड़ जाते थे, तो मैं एक्चुअली क्या करता था, मैं जब लाइनों के पास में जाता था तो मैंने 2-3 चक्कर ना बहुत ज्यादा ही मैंने कोशिश की कि चलो अच्छा, तो मुझको ना लाइनों पे 3-4 चक्कर हो गया मेरे को। जब लाइनों पे मतलब खींच के लेके जाना कि अब इसको ना जीने नहीं देना, इसको मार ही देना, मतलब कि शराब जितना मतलब बीड़ी जर्दा गुटखा शराब के साथ मतलब जो भी मेरा नशा था वो नशा मेरा बढ़ता ही गया था। गांजा भी पी लेता था मैं। नशे के कारण जो था ना मेरी फैमिली में झगड़ा होने लग गया। कभी कभी मेरा बहुत मन करता था कि कभी मैं नशा छोड़ दूं,
क्यों हमारी फैमिली के बीच में ज़्यादा तनाव चालू हो गया था। पर फिर भी एक्चुअली मेरा ना नशा छूटा नहीं है, तो इसलिए बस ये नशे में हम लोग दिन रात नशे में धुत रहते थे और नशे के अलावा हम लोगों और कुछ नहीं सोचता था। फिर ऐसे हुआ धीरे धीरे करते, फिर हमारे यहाँ रिश्तेदार जो थे, हमारे यहाँ सड़वाइन थी, उन्होंने हमें जब देखा कि नशा ज़्यादा करता है, क्योंकि उनकी जो ननान है, हमारी वाइफ है ना, उसकी ननद है, तो उन्होंने कहा कि आप चर्च जाया करो, आप नशों के बंधनों से, दुष्ट आत्माओं के बंधनों से आज़ाद हो जाओगे। जब मैं पहले दिन चर्च में आया था तो मैंने यहाँ की टेस्टमनी सुनी कि लोग अच्छे हो रहे हैं, गवाहियाँ दे रहे हैं, नशों से आज़ाद हो रहे हैं, दुष्ट आत्माओं से आज़ाद हो रहे हैं, हर एक बंधन टूट रहे हैं। हमने कहा खुदा हमारे भी नशे दूर करेगा। फिर मैं लगातार चर्च में आता रहा। 2 अप्रैल 2023 में खामड़ा चर्च जब मैं आया था, उस दिन परमेश्वर के दास ने नशे और दुष्ट आत्माओं के लिए प्रार्थना की थी। वो सारी ताकतें, वो पाप की, गंदगी की, व्यभिचार की, शैतान की, आउट आउट आउट। मैं देख रहा हूं दुष्ट आत्मा को निकलते हुए, शैतानी आत्मा को निकलते हुए, दुष्ट आत्मा को निकलते हुए। होली गोस्ट फायर, होली गोस्ट फायर। वो नशे की आत्मा, जादू की आत्मा, टोने की आत्मा, कैच फायर, रिलीज करो होली गोस्ट। जैसे हम उस प्रार्थना को ग्रहण किए थे, वैसे हमें पवित्र आत्मा ने छुआ। मुझे ऐसा लगा था कि मेरी शरीर से ना कुछ जा रहा है, कि हमारी जो शरीर है ना बिल्कुल खाली हो गई है। उस दिन के बाद से मेरी लाइफ ना बिल्कुल टोटली चेंज हो गई। एक्चुअली उस दिन से मेरे को आज तक कोई नशा करने का 1 रुपए के बराबर, मैंने 1 पैसे की अभी तक मैंने कोई नशा नहीं किया। न बीड़ी, न सिगरेट, न गुटखा, न पान मसाला, दारू, ड्रिंक, कुछ भी नहीं किया हूँ। प्रभु के अनुग्रह से अभी हम दुष्ट आत्माओं से आजाद हैं। हमारे कि अब कोई हमारे अंदर नशा पत्ती कोई चीज नहीं रह गई है। हमें प्रभु ने छुआ है, हम बिल्कुल आजाद हैं। पहले मुझे ऐसा लगता था कि मुझे डर लगता है, मेरे साथ में कोई चलता है, पर अब मुझे दुष्ट आत्माओं से बिल्कुल आजादी मिल चुकी हुई है। जो लोग मुझे पहले कहते थे नशेड़ी है, और जो लोग मेरे को पहले चिढ़ाते थे लोग कि बहुत नशा करता, अब लोग मेरे को देखते हैं, कहते हैं कि भाई ये तेरा नशा कैसे छूट गया। पर मैं सबको यही बात बताता हूँ कि मैं अपने प्रभु यीशु मसीह में जाता हूँ। मेरे को प्रभु यीशु मसीह ने छुआ है। हमारे घर के हर एक बंधनों को हमारे परमेश्वर ने तोड़ा है। जितने नौजवान नशे के दुष्ट आत्माओं से जकड़े हुए, मैं सबसे भाइयों और बहनों से सबसे मैं विनती करना चाहता हूँ कि ये जो नशा है, ये नशा प्रभु यीशु मसीह में ही आके छूट सकता है और इसकी शिफा और कहीं नहीं मिल सकती है। ये हमारे जो नशे के बंधनों से हमारे प्रभु यीशु मसीह ही छुड़ा सकते हैं। इस बड़े छुटकारे के लिए मैं प्रभु का धन्यवाद करता हूँ। मैं प्रभु के दास का धन्यवाद करता हूँ। सबको जय मसीह की। तारीफ करें जोर से, शब्द तालियों के साथ जोर से परमेश्वर की तारीफ करें। दिल लौना 10 बेदर्दा एदा की कसूरे, हसना तो लिखिया होया